ਹਾਂਜੀ ਦੋਸਤੋ, ਅੱਜ ਆਪਾਂ ਮਨਦੀਪ ਕੌਰ ਦੀ ਕਵੀ ਦੀ ਕਵਿਤਾ ਪੜ੍ਹਾਂਗੇ। ਇਹ ਇੱਕ ਅਧੂਰੀ ਰੀਝ ਹੈ ਕਿਸੇ ਕਵੀ ਦੀ ਕਵਿਤਾ ਹੋਣ ਦੀ। ਚਲੋ ਹੁਣ ਕਹਾਣੀ ਸ਼ੁਰੂ ਕਰਦੇ ਹਾਂ। ਕਈ ਅਜਨਬੀ ਚਿਹਰੇ ਵੀ ਕਦੇ-ਕਦੇ ਇੰਨੀਆਂ ਖਾਸ ਯਾਦਾਂ ਦੇ ਜਾਂਦੇ ਨੇ ਕਿ ਤਮਾਮ ਉਮਰ ਉਹ ਯਾਦਾਂ ਰੂਹ ਨੂੰ ਸਕੂਨ ਦਿੰਦੀਆਂ ਰਹਿੰਦੀਆਂ। ਪਰ ਇਹ ਅਜਨਬੀ ਚਿਹਰੇ ਸਦਾ ਲਈ ਅਜਨਬੀ ਹੀ ਰਹਿ ਜਾਂਦੇ ਨੇ। ਹਾਂ, ਪਰ ਯਾਦ ਸਾਰੀ ਉਮਰ ਰਹਿੰਦੇ ਨੇ। ਕੁਝ ਇਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ ਤੇ ਬਾਕੀ ਦੀਆਂ ਪਿਛਲੀਆਂ ਯਾਦਾਂ ਨਾਲ ਇੱਕ ਸੋਹਣੀ ਜਿਹੀ ਯਾਦ ਹੋਰ ਜੁੜ ਗਈ। ਜ਼ਿੰਦਗੀ ਦੀ ਹਰ ਸ਼ੈ ਮੈਨੂੰ ਭੁੱਲ ਸਕਦੀ ਆ, ਪਰ ਉਹ ਵਕਤ ਸ਼ਾਇਦ ਕਦੇ ਨਾ ਭੁੱਲੇ। ਹੁਣ ਸੋਚਦੀ ਹਾਂ ਤਾਂ ਸਭ ਇੱਕ ਸੁਪਨੇ ਵਰਗਾ ਲੱਗਦਾ ਕਿ ਮਹਿਜ ਉਹ ਸੁਪਨਾ ਸੀ ਜਿਹੜਾ ਅੱਖ ਖੁੱਲ੍ਹਣ 'ਤੇ ਟੁੱਟ ਗਿਆ। ਮੈਨੂੰ ਤਾਂ ਨਾਂ ਵੀ ਨਹੀਂ ਪਤਾ ਉਸ ਸ਼ਖਸ ਦਾ ਜਿਸ ਦਾ ਜ਼ਿਕਰ ਇਸ ਕਹਾਣੀ ਵਿੱਚ ਕਰਨ ਲੱਗੀ ਹਾਂ। ਮੇਰੀ ਆਦਤ ਹੈ ਕਿ ਮੈਂ ਬਹੁਤ ਘੱਟ ਬੋਲਦੀ ਹਾਂ। ਆਪਣੇ ਜਜ਼ਬਾਤ ਬੋਲ ਕੇ ਕਿਸੇ ਸਾਹਮਣੇ ਨਾ ਰੱਖ ਸਕਦੀ ਸੀ। ਸ਼ਾਇਦ ਤਾਂ ਰੱਬ ਨੇ ਗੁਣ ਦਿੱਤਾ ਕਿ ਜਜ਼ਬਾਤਾਂ ਨੂੰ ਕਾਪੀ 'ਤੇ ਉਲੀਕ ਸਕਾਂ ਆਪਣੀ ਕਲਮ ਨਾਲ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਇੱਕ ਸੰਸਥਾ ਵਿੱਚ ਦਾਖਲਾ ਲਿਆ। ਕਦੇ-ਕਦੇ ਜਮਾਤ ਵਿੱਚ ਪਹੁੰਚਣ ਲਈ ਦੇਰੀ ਹੋ ਜਾਇਆ ਕਰਦੀ। ਘਰ ਦੂਰ ਹੋਣ ਕਰਕੇ ਕਦੇ 10 ਮਿੰਟ, ਕਦੇ 15 ਮਿੰਟ। 1-2 ਕੁੜੀਆਂ ਸਹੇਲੀਆਂ ਬਣ ਗਈਆਂ ਸੀ ਤੇ ਰੋਜ਼ ਉਹਨਾਂ ਕੋਲ ਜਾ ਕੇ ਬੈਠ ਜਾਇਆ ਕਰਦੀ, ਪਰ ਘਰੋਂ ਇਕੱਲੀ ਆਉਂਦੀ। 1-2 ਕੁੜੀਆਂ ਤੋਂ ਬਿਨਾਂ ਜਮਾਤ ਵਿੱਚ ਕਿਸੇ ਨੂੰ ਵੀ ਨਾ ਬੁਲਾਇਆ ਕਰਦੀ। ਲਿਖਣ ਦਾ ਸ਼ੌਂਕ ਤਾਂ ਮੈਨੂੰ ਸੀ ਹੀ, ਪਰ ਇੱਕ ਨਿੱਕੀ ਜਿਹੀ ਤੇ ਅਧੂਰੀ ਰੀਝ ਵੀ ਸੀ। ਰੀਝ ਸੀ ਕਿਸੇ ਲਈ ਕਵਿਤਾ ਹੋ ਜਾਣ ਦੀ। ਬਿਲਕੁਲ ਉਵੇਂ ਜਿਵੇਂ ਲੱਖ ਕਮੀਆਂ ਦੇ ਬਾਵਜੂਦ ਵੀ ਕਵੀ ਨੂੰ ਆਪਣੀ ਲਿਖਤ ਪਿਆਰੀ ਲੱਗਦੀ ਹੈ। ਕਵੀ ਕਵਿਤਾ ਨੂੰ ਤਰਾਸ਼ਦਾ ਹੈ, ਉਸਦਾ ਹਰ ਅੱਖਰ ਉਹ ਸੋਹਣੇ ਢੰਗ ਨਾਲ ਚੁਣਦਾ ਤੇ ਚਿਣਦਾ ਹੈ। ਗੁਲਾਬ ਸੋਹਣਾ ਲੱਗੇ ਤਾਂ ਕੰਡਿਆਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਉਵੇਂ ਹੀ ਕਮੀਆਂ ਦੇ ਬਾਵਜੂਦ ਵੀ ਕੋਈ ਕਬੂਲ ਕਰੇ। ਇੱਕ ਬੇਹੱਦ ਹੀ ਪਸੰਦੀਦਾ ਕਵੀ ਦੀ ਕਵਿਤਾ ਹੋਣ ਨੂੰ, ਹੋਵੇ ਖੁਸ਼ੀ ਜਾਂ ਗਮ ਬਸ ਉਹਦੇ ਨਾਲ ਜਿਉਣ ਨੂੰ। ਤਰ ਜਾਵਾਂ ਉਹਦੀ ਕਿਸੇ ਕਿਤਾਬ ਦੀ ਹਿੱਸਾ ਬਣ ਕੇ, ਉਹਦੇ ਨਾਲ ਹੋਵਾਂ ਉਹਦਾ ਹੀ ਇੱਕ ਹਿੱਸਾ ਬਣ ਕੇ। ਕਦੇ ਜੇ ਕਲਮ ਹੋਵਾਂ ਤੇ ਉਹਦੇ ਹੱਥ ਨੂੰ ਛੋਹ ਜਾਵਾਂ, ਬਣ ਕੇ ਹਰਫ ਕਦੇ ਸੋਹਣੀ ਜਿਹੀ ਕਵਿਤਾ ਹੋ ਜਾਵਾਂ। ਕਵੀ ਕਵਿਤਾ ਵਾਂਗ ਮੈਨੂੰ ਲਾਡ ਕਰੇ, ਦੁਲਾਰ ਕਰੇ, ਆਪਣੀ ਪਸੰਦੀਦਾ ਕਵਿਤਾ ਵਾਂਗ ਮੈਨੂੰ ਪਿਆਰ ਕਰੇ। ਹਰ ਪੰਨੇ ਤੇ ਬਸ ਉਹਦੀ ਹੀ ਸੁਣਾਈ ਗੱਲ ਹੋ ਜਾਵਾਂ, ਜਦ ਲਿਖੇ ਮੈਨੂੰ ਤਾਂ ਉਲਝੀ ਹੋਈ ਵੀ ਹੱਲ ਹੋ ਜਾਵਾਂ। ਜਦ ਵੀ ਫੁਰਸਤ ਮਿਲੇ ਕਵੀ ਬਸ ਮੈਨੂੰ ਹੀ ਚੁਣੇ, ਕਿਸੇ ਸੋਹਣੀ ਜਿਹੀ ਕਵਿਤਾ ਦੇ ਖਾਬ ਵਾਂਗ ਮੈਨੂੰ ਬੁਣੇ। ਦਿਲ ਚਾਹ ਰਿਹਾ ਕਿਸੇ ਕਵੀ ਦੀ ਕਵਿਤਾ ਹੋਣ ਨੂੰ, ਹੋਵੇ ਖੁਸ਼ੀ ਜਾਂ ਗਮ ਬਸ ਉਹਦੇ ਨਾਲ ਜਿਉਣ ਨੂੰ, ਹੋਵੇ ਖੁਸ਼ੀ ਜਾਂ ਗਮ ਬਸ ਉਹਦੇ ਨਾਲ ਜਿਉਣ ਨੂੰ। ਬਸ ਇਸੇ ਤਰ੍ਹਾਂ ਹੀ ਮੇਰੀ ਕਾਪੀ 'ਤੇ ਕੁਝ ਨਾ ਕੁਝ ਮੈਂ ਲਿਖਿਆ ਹੁੰਦਾ। ਕਦੇ ਜਮਾਤ ਤੋਂ ਧਿਆਨ ਹਟਦਾ ਤਾਂ ਕੋਈ ਕਵਿਤਾ ਜਾਂ ਸ਼ਾਇਰੀ ਲਿਖ ਲਿਆ ਕਰਦੀ। ਮੈਨੂੰ ਦਿਨ ਜਾਂ ਤਰੀਕ ਤਾਂ ਨਹੀਂ ਯਾਦ, ਪਰ ਹਾਂ ਸ਼ਾਇਦ ਦੀਵਾਲੀ ਦੇ ਨੇੜਲੇ ਦਿਨ ਚੱਲ ਰਹੇ ਸੀ। ਉਸ ਦਿਨ ਵੈਸੇ ਤਾਂ ਛੁੱਟੀ ਸੀ, ਪਰ ਕਿਸੇ ਵਿਦਿਆਰਥੀ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ। ਉਸ ਦਿਨ ਮੈਂ ਵੀ ਜਮਾਤ ਲਈ ਗਈ ਤਾਂ ਕਈ ਜਣੇ ਵਾਪਸ ਮੁੜ ਰਹੇ ਸੀ। ਜਦੋਂ ਪਹੁੰਚੀ ਤਾਂ ਪਤਾ ਲੱਗਾ ਕਿ ਅੱਜ ਛੁੱਟੀ ਹੈ। ਪਾਰਕਿੰਗ ਦੇ ਕੋਲ ਹੀ ਗੁਲਾਬੀ ਰੰਗੀ ਬਟਾਂ ਵਾਲੀ ਪੱਗ ਬੰਨੀ ਇੱਕ ਮੁੰਡਾ ਆਪਣੀ ਮੋਟਰਸਾਈਕਲ ਉੱਤੇ ਬੈਠਾ ਸੀ। ਮੈਂ ਉਸਨੂੰ ਜਾਣਦੀ ਤਾਂ ਨਹੀਂ ਸੀ, ਪਰ ਹਾਂ ਇੱਕੋ ਜਮਾਤ ਵਿੱਚ ਹੋਣ ਕਰਕੇ ਪਹਿਚਾਣਦੀ ਜ਼ਰੂਰ ਸੀ। ਦੇਖਣ ਤੋਂ ਲੱਗਾ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ। ਜਦ ਮੈਂ ਕੋਲੋਂ ਲੰਘਣ ਲੱਗੀ ਤਾਂ ਉਸ ਨੇ ਮੇਰਾ ਨਾਮ ਲੈ ਕੇ ਮੈਨੂੰ ਬੁਲਾਇਆ। ਮੈਂ ਸੋਤੇ ਹੀ ਕਿਹਾ, ਹਾਂਜੀ। ਉਹ, ਤੁਹਾਨੂੰ ਨਹੀਂ ਪਤਾ ਅੱਜ ਛੁੱਟੀ ਆ? ਮੈਂ, ਨਹੀਂ, ਮੈਨੂੰ ਤਾਂ ਹੁਣੇ ਪਤਾ ਲੱਗਾ। ਕੀ ਆਪ ਨੂੰ ਵੀ ਨਹੀਂ ਪਤਾ ਸੀ? ਉਹ, ਨਹੀਂ, ਮੈਨੂੰ ਵੀ ਇੱਥੇ ਆ ਕੇ ਹੀ ਪਤਾ ਲੱਗਾ। ਮੈਂ, ਠੀਕ ਹੈ। ਉਹ, ਤੁਹਾਡੇ ਕੋਲ ਗਣਿਤ ਦੀ ਕਾਪੀ ਹੈ? ਮੈਨੂੰ ਪੜ੍ਹਾਈ ਲਈ ਚਾਹੀਦੀ ਸੀ। ਮੈਂ, ਹਾਂਜੀ ਹੈਗੀ ਤਾਂ ਹੈ, ਪਰ ਮੇਰੀਆਂ ਕਈ ਛੁੱਟੀਆਂ ਹੋਣ ਕਰਕੇ ਕਾਫੀ ਪਾਠ ਵਿੱਚੋਂ ਛੁੱਟ ਗਏ ਹਨ। ਉਹ, ਕੋਈ ਗੱਲ ਨਹੀਂ, ਮੈਂ ਦੇਖ ਲਵਾਂਗਾ।
ਮੈਂ ਠੀਕ ਆ। ਇੰਨਾ ਕਹਿ ਕੇ ਮੈਂ ਕਾਪੀ ਉਸ ਨੂੰ ਦੇ ਦਿੱਤੀ, ਪਰ ਦੇਣ ਵੇਲੇ ਸ਼ਾਇਦ ਮੈਂ ਭੁੱਲ ਹੀ ਗਈ ਕਿ ਉਸ ਵਿੱਚ ਕੋਈ ਸ਼ਾਇਰੀ ਜਾਂ ਕਵਿਤਾ ਲਿਖੀ ਹੋਈ ਸੀ। ਕਾਪੀ ਦੇ ਕੇ ਮੈਂ ਘਰ ਨੂੰ ਚੱਲ ਪਈ। ਦੀਵਾਲੀ ਨੇੜੇ ਹੀ ਹੋਣ ਕਰਕੇ ਸਾਨੂੰ 3-4 ਦਿਨ ਦੀਆਂ ਛੁੱਟੀਆਂ ਪੈ ਗਈਆਂ। ਸ਼ਾਇਦ ਅਕਤੂਬਰ ਦੇ ਆਖਰੀ ਦਿਨ ਚੱਲ ਰਹੇ ਸਨ। ਛੁੱਟੀਆਂ ਖਤਮ ਹੋਣ ਤੋਂ ਬਾਅਦ ਜਮਾਤਾਂ ਦੁਬਾਰਾ ਸ਼ੁਰੂ ਹੋ ਗਈਆਂ। ਕਦੇ ਜ਼ਿਆਦਾ ਨਾ ਬੁਲਾਇਆ ਹੋਣ ਕਰਕੇ ਪਹਿਲੇ 2-3 ਦਿਨ ਤਾਂ ਹਿੰਮਤ ਹੀ ਨਾ ਪਈ ਕਿ ਆਪਣੀ ਕਾਪੀ ਵਾਪਸ ਮੰਗ ਸਕਾਂ, ਪਰ ਉਹਨਾਂ ਨੇ ਆਪ ਵੀ ਨਾ ਵਾਪਸ ਕੀਤੀ। ਫਿਰ ਇੱਕ ਦਿਨ ਜਮਾਤ ਖਤਮ ਹੋਣ ਤੋਂ ਬਾਅਦ ਜਦ ਮੈਂ ਬਾਹਰ ਆਈ ਤਾਂ ਉਹਨਾਂ ਨੂੰ ਬਾਹਰ ਖੜੇ ਹੋਏ ਵੇਖਿਆ ਤੇ ਬੁਲਾ ਲਿਆ। ਉਹਨਾਂ ਆਪਣੇ ਆਪ ਹੀ ਮੇਰੀ ਕਾਪੀ ਬੈਗ ਚੋਂ ਕੱਢ ਕੇ ਮੈਨੂੰ ਦੇ ਦਿੱਤੀ। ਹਾਲ ਚਾਲ ਪੁੱਛਣ ਤੋਂ ਬਾਅਦ 1-2 ਹੋਰ ਗੱਲਾਂ ਹੋਈਆਂ ਤੇ ਉਹਨਾਂ ਮੇਰੇ ਤੋਂ ਪੁੱਛਿਆ ਕਿ ਆਪ ਲਿਖਦੇ ਹੋ। ਮੈਂ ਉਸ ਵੇਲੇ ਉਸ ਨੂੰ ਇਹ ਦੱਸਣਾ ਜ਼ਰੂਰੀ ਨਾ ਸਮਝਿਆ ਤੇ ਗੱਲ ਨੂੰ ਟਾਲ ਦਿੱਤਾ। ਗੱਲਾਂ ਵਿੱਚ ਮੇਰੇ ਤੋਂ ਹੀ ਉਹ ਵਰਕਾ ਖੁੱਲ੍ਹ ਗਿਆ ਜਿਸ ਤੇ ਪਹਿਲਾਂ ਤੋਂ ਮੈਂ ਕੁਝ ਲਿਖਿਆ ਹੋਇਆ ਸੀ। ਨਿਗਾਹ ਪਈ ਤਾਂ ਉਸ ਦੇ ਨਾਲ ਵਾਲੇ ਪੇਜ ਤੇ ਕੁਝ ਲਿਖਿਆ ਹੋਇਆ ਸੀ। ਸ਼ਾਇਦ ਕਵਿਤਾ ਸੀ, ਪਰ ਉਹ ਮੇਰੀ ਲਿਖਾਵਟ ਤਾਂ ਨਹੀਂ ਸੀ। ਮੈਂ ਕਵਿਤਾ ਪੜ੍ਹਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪ ਹੀ ਮੈਨੂੰ ਰੋਕ ਦਿੱਤਾ ਕਿ ਇੱਥੇ ਨਾ ਪੜ੍ਹੋ, ਬਾਅਦ ਵਿੱਚ ਜਾ ਕੇ ਘਰ ਪੜ੍ਹ ਲਿਓ। ਮੈਂ ਕਾਪੀ ਬੰਦ ਕੀਤੀ ਤੇ ਪੁੱਛਿਆ ਵੀ ਇਹ ਕਿਉਂ ਲਿਖਿਆ, ਤਾਂ ਉਹਨਾਂ ਨੇ ਹੌਲੀ ਜਿਹੀ ਜਾਂ ਸ਼ਾਇਦ ਆਪਣੇ ਆਪ 'ਚ ਕਿਹਾ ਕਿ ਤੁਹਾਡੇ ਲਈ ਹੀ ਲਿਖਿਆ। ਮੈਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ, ਪਰ ਹਾਂ ਸਮਝ ਜ਼ਰੂਰ ਲੱਗ ਗਈ ਸੀ ਕਿ ਉਹਨਾਂ ਨੇ ਕੀ ਕਿਹਾ ਹੈ। ਮੈਂ ਪੁੱਛਿਆ ਹਾਂਜੀ, ਪਰ ਉਹਨਾਂ ਗੱਲ ਨੂੰ ਟਾਲ ਦਿੱਤਾ ਤੇ ਕਿਹਾ ਕੁਝ ਨਹੀਂ, ਆਪ ਬਾਅਦ ਵਿੱਚ ਘਰ ਜਾ ਕੇ ਇਸ ਨੂੰ ਪੜ੍ਹਿਓ। ਮੈਂ ਕਾਪੀ ਬੰਦ ਕੀਤੀ ਤੇ ਘਰ ਵੱਲ ਚੱਲ ਪਈ। ਘਰ ਪਹੁੰਚਣ ਤੋਂ ਬਾਅਦ ਬਿਨਾਂ ਕੋਈ ਹੋਰ ਉਡੀਕ ਕੀਤੇ ਮੈਂ ਕਵਿਤਾ ਪੜ੍ਹਨੀ ਸ਼ੁਰੂ ਕੀਤੀ। ਬੇਸ਼ੱਕ ਹੀ ਉਹ ਬਹੁਤ ਖੂਬਸੂਰਤ ਅਹਿਸਾਸ ਸੀ। ਮੈਂ ਜਿਵੇਂ ਕਵਿਤਾ ਪੜ੍ਹਦੀ ਗਈ ਉਵੇਂ ਹੀ ਕਵਿਤਾ ਦਿਲ ਵਿੱਚ ਉਤਰਦੀ ਗਈ। ਕਵਿਤਾ ਦੇ ਬੋਲ ਬਹੁਤ ਸੋਹਣੇ ਸੀ ਤੇ ਸੱਚੇ ਵੀ ਸੀ। ਬਹੁਤ ਸੋਹਣੇ ਢੰਗ ਨਾਲ ਉਹਨਾਂ ਅੱਖਰਾਂ ਨੂੰ ਚਿਣਿਆ ਤੇ ਸਵਾਰਿਆ ਸੀ। ਕਵਿਤਾ ਦੇ ਬੋਲ ਸੀ, ਮਧਰਾ ਕੱਦ ਸਾਦਗੀ ਉੱਚੀ, ਸਹਿਬਾ ਦੀ ਭੈਣ ਸਹੁੰ ਲੱਗੇ ਸੁੱਚੀ, ਅੱਖਾਂ ਤੇ ਗੋਗਲ ਲਗਾ ਕੇ ਰੱਖੇ, ਲੰਮੀ ਗੁੱਤ ਮਾਰਦੀ ਤੱਕੇ, ਬੜੀ ਮਨਮੋਹਣੀ ਲੱਗਦੀ ਏ, ਚੁੰਨੀ ਜਦ ਪਾਉਂਦੀ ਕਤਲ ਕਰਾਉਂਦੀ, ਜੁੱਤੀ ਨਾਲ ਟੋਰ ਨਾ ਤੇਰੇ ਜਿਹੀ ਹੋਰ, ਸੂਟਾਂ ਵਿੱਚ ਸੋਹਣੀ ਲੱਗਦੀ ਏ, ਨੱਕ ਜਮਾ ਤਿੱਖਾ ਮੋਰਨੀ ਚਾਲ, ਬੋਲਦੀ ਘੱਟ ਨਾ ਬੁਣਦੀ ਜਾਲ, ਆਉਂਦੀ ਇਕੱਲੀ ਨਾ ਕੋਈ ਰੱਖੇ ਨਾਲ, ਦਿਲੋਂ ਸਾਫ਼ ਜਿਹਾ ਕਾਲਾ ਮਾਲ, ਕਲਾਸ ਵਿੱਚ ਰੋਜ਼ ਐਂਟਰੀ ਲੇਟ, ਮੁਫਤ ਨਾ ਜਾਣੀ ਹਾਈ ਨੇ ਰੇਟ, ਨਾ ਰੱਬ ਨੇ ਕੋਈ ਹੋਰ ਬਣਾਈ ਲੱਗਦੀ ਏ, ਚੁੰਨੀ ਜਦ ਪਾਉਂਦੀ ਕਤਲ ਕਰਾਉਂਦੀ, ਜੁੱਤੀ ਨਾਲ ਟੋਰ ਨਾ ਤੇਰੇ ਜਿਹੀ ਹੋਰ, ਸੂਟਾਂ ਵਿੱਚ ਸੋਹਣੀ ਲੱਗਦੀ ਏ। ਗੁੱਸਾ ਨਾ ਕਰ ਜੀ ਫੁੱਲ ਲੋਡਡ ਨਖਰੋ, ਪੜ੍ਹ ਕੇ ਨਾ ਹੋ ਜੀ ਐਂਗਰੀ ਮੋਡਡ ਨਖਰੋ, ਜੇ ਰਹਿ ਗਈ ਕਸਰ ਦੱਸੀ ਮੈਨੂੰ, ਕੁਝ ਹੋਰ ਲਿਖ ਕੇ ਸੁਣਾਵਾਂ ਤੈਨੂੰ, ਮੋਤੀ ਪੁੰਨ ਕੀਤੇ ਹੋਣੇ ਜਿਹਦੇ ਲੇਖਾਂ ਵਿੱਚ ਤੂੰ ਹੋਣੀ ਲੱਗਦੀ ਏ, ਚੁੰਨੀ ਜਦ ਪਾਉਂਦੀ ਕਤਲ ਕਰਾਉਂਦੀ, ਜੁੱਤੀ ਨਾਲ ਟੋਰ ਨਾ ਤੇਰੇ ਜਿਹੀ ਹੋਰ, ਸੂਟਾਂ ਵਿੱਚ ਸੋਹਣੀ ਲੱਗਦੀ ਏ, ਸੂਟਾਂ ਵਿੱਚ ਸੋਹਣੀ ਲੱਗਦੀ ਏ। ਜਿਵੇਂ ਕਿਸੇ ਲੰਬੇ ਜਿਹੇ ਅਰਸੇ ਤੋਂ ਬਾਅਦ ਹੋਈਆਂ ਹੋਣ ਧਰਤੀ ਨੂੰ ਕਣੀਆਂ ਨਸੀਬ, ਜਿਵੇਂ ਪਤਝੜ ਤੋਂ ਬਾਅਦ ਬਹਾਰ ਰੁੱਤ 'ਚ ਰੁੱਖ ਨੂੰ ਚਾਅ ਹੋਵੇ ਨਵੇਂ ਫਲ ਦਾ, ਜਾਂ ਜਿਵੇਂ ਕਿਸੇ ਦੀ ਅਧੂਰੀ ਰੀਝ ਪੂਰੀ ਹੋ ਜਾਵੇ। ਇਹ ਅਹਿਸਾਸ ਵੀ ਸੀ ਮੇਰੇ ਚਿਰਾਂ ਦੀ ਰੀਝ ਪੂਰੀ ਹੋਣ ਦਾ। ਸੱਚ ਹੀ ਕਹਿੰਦੇ ਨੇ ਕਿ ਪਹਿਲਾ ਅਹਿਸਾਸ ਬਹੁਤ ਖਾਸ ਹੁੰਦਾ ਤੇ ਮੇਰੇ ਲਈ ਵੀ ਸੀ, ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਨੇ ਮੇਰੇ ਲਈ ਕੁਝ ਲਿਖਿਆ ਸੀ। ਅਗਲੇ ਦਿਨ ਸਵੇਰੇ ਜਮਾਤ ਲਈ ਗਈ ਤਾਂ ਇੰਨੀ ਹਿੰਮਤ ਹੀ ਨਾ ਹੋ ਸਕੀ ਕਿ ਆਪ ਬੁਲਾ ਕੇ ਧੰਨਵਾਦ ਕਰਾਂ ਤੇ ਨਾ ਵੀ ਪੁੱਛ ਲਵਾਂ। ਕਈ ਦਿਨ ਇੱਦਾਂ ਹੀ ਸੋਚਾਂ ਵਿੱਚ ਕੱਢ ਦਿੱਤੇ, ਪਰ ਗੱਲ ਨਾ ਕਰ ਹੋਈ ਤੇ ਸ਼ਾਇਦ ਉਹਨਾਂ ਆਪ ਵੀ ਕੋਸ਼ਿਸ਼ ਨਾ ਕੀਤੀ। ਫਿਰ ਕੁਝ ਕਾਰਨ ਹੋਣ ਕਰਕੇ ਮੈਂ ਸੰਸਥਾ ਜਾਣਾ ਬੰਦ ਕਰ ਦਿੱਤਾ।
ਤੇ ਫਿਰ ਸਵੱਬ ਹੀ ਨਹੀਂ ਬਣਿਆ ਕਿ ਕੋਈ ਗੱਲ ਕਰੀ ਜਾਵੇ। ਮਨ ਵਿੱਚ ਕਈ ਸਵਾਲ ਵੀ ਨੇ ਕਿ ਉਹਨਾਂ ਨੇ ਕਾਪੀ ਸੱਚਮੁੱਚ ਹੀ ਪੜ੍ਹਾਈ ਕਰਨ ਲਈ ਮੇਰੇ ਤੋਂ ਮੰਗੀ ਸੀ, ਜਾਂ ਸੱਚਮੁੱਚ ਉਦੋਂ ਹੀ ਉਹਨਾਂ ਦੇ ਮਨ ਵਿੱਚ ਸੀ ਕੋਈ ਕਵਿਤਾ ਲਿਖਣਾ, ਜਾਂ ਸ਼ਾਇਦ ਉਹਨਾਂ ਨੇ ਮੇਰੀਆਂ ਲਿਖਤਾਂ ਕਾਪੀ ਵਿੱਚ ਲਿਖੀਆਂ ਦੇਖੀਆਂ ਤਾਂ ਉਹਨਾਂ ਨੇ ਕਵਿਤਾ ਲਿਖੀ। ਜੇਕਰ ਮੈਂ ਪਹਿਲਾਂ ਕੁਝ ਨਾ ਲਿਖਿਆ ਹੁੰਦਾ ਤਾਂ ਕਾਪੀ ਵਿੱਚ ਫਿਰ ਵੀ ਕਵਿਤਾ ਲਿਖਦੇ। ਇਹਨਾਂ ਸਵਾਲਾਂ ਦੇ ਹੱਲ ਸ਼ਾਇਦ ਹੀ ਕਦੇ ਨਿਕਲਣ। ਕਿਸੇ ਦੀ ਕਵਿਤਾ ਬਣਨ ਦਾ ਅਹਿਸਾਸ ਉਨਾ ਹੀ ਸੋਹਣਾ ਹੁੰਦਾ ਜਿੰਨਾ ਜਿਵੇਂ ਪੋਹ ਦੀ ਰੁੱਤ ਦੀ ਠੰਡੀ ਹਵਾ ਵਿੱਚ ਤੁਰਦਿਆਂ ਤੁਰਦਿਆਂ ਕੋਈ ਨਿੱਘੀ ਜੀ ਥਾਂ ਜਾਂ ਟਿਕਾਣਾ ਮਿਲੇ। ਅਜਨਬੀ ਨਾਲ ਵੀ ਕਈ ਯਾਦਾਂ ਗੂੜ੍ਹੀਆਂ ਬਣ ਜਾਂਦੀਆਂ ਨੇ ਜੋ ਸਾਰੀ ਉਮਰ ਯਾਦ ਰਹਿੰਦੀਆਂ ਨੇ। ਜਿਸ ਵਰਕੇ 'ਤੇ ਉਹਨਾਂ ਵੱਲੋਂ ਕਵਿਤਾ ਲਿਖੀ ਗਈ ਸੀ ਉਸ ਦੇ ਨਾਲ ਹੀ ਮੈਂ ਵੀ ਕੁਝ ਸਤਰਾਂ ਲਿਖੀਆਂ, ਪਰ ਉਹ ਸ਼ਾਇਦ ਹੀ ਕਦੇ ਉਹਨਾਂ ਤੱਕ ਪਹੁੰਚਣ। ਅਜਨਬੀ ਸੀ ਜਾਂ ਫਰਿਸ਼ਤਾ ਹੋਣਾ ਕੋਈ, ਕਦੇ ਬਹਿ ਕੇ ਕੱਲੀ ਸੋਚਦੀ ਆਂ, ਕਦੇ ਦਿਖ ਜਾਵੇ ਕਿਤੇ ਤਾਂ ਧੰਨਵਾਦ ਕਰਾਂ, ਇਹੀ ਤਮੰਨਾ ਲੋਚਦੀ ਆਂ। ਕਵੀ ਦੀ ਕਵਿਤਾ ਦਾ ਅਰਥ ਸਮਝਾ ਗਿਆ, ਕੁਝ ਲਫ਼ਜ਼ ਉਹਦੇ ਲਈ ਸੋਚਦੀ ਆਂ। ਕਈ ਚਿਰ ਦੇ ਬੁਝੇ ਜੋ ਅਹਿਸਾਸ ਜਗਾ ਗਿਆ, ਹੁਣ ਸਾਂਭ ਕੇ ਰੱਖਣਾ ਲੋਚਦੀ ਆਂ। ਮੇਰੀ ਚੰਨ ਵਰਗੀ ਅਧੂਰੀ ਰੀਝ ਪੂਰੀ ਹੋਈ, ਹੁਣ ਕਦੇ ਜਦ ਵੀ ਐਵੇਂ ਸੋਚਦੀ ਆਂ। ਰੱਬ ਉਹਦੀ ਵੀ ਹਰ ਰੀਝ ਪੁਗਾਵੇ, ਇਹੀ ਤਮੰਨਾ ਲੋਚਦੀ ਆਂ। ਬੇਰੰਗੀ ਜਹੀ ਤਸਵੀਰ ਸੀ ਮੈਂ, ਵਿੱਚ ਸੋਹਣੇ ਰੰਗ ਭਰ ਗਿਆ, ਉਹ ਕਵੀ ਵੀ ਜ਼ਿੰਦਗੀ ਦਾ ਹਰ ਰੰਗ ਮਾਣੇ, ਇਹੋ ਹੀ ਬਸ ਸੋਚਦੀ ਆਂ। ਕਵੀ ਕਵਿਤਾ ਜਦ ਵੀ ਲਿਖੇ ਮੁਕੰਮਲ ਲਿਖੇ, ਨਾ ਅਧੂਰੀ ਰਹਿਣਾ ਲੋਚਦੀ ਆਂ, ਨਾ ਅਧੂਰੀ ਰਹਿਣਾ ਲੋਚਦੀ ਆਂ। ਇਸ ਵਿੱਚ ਕੁਝ ਵੀ ਕਾਲਪਨਿਕ ਨਹੀਂ ਹੈ, ਪਰ ਇਹ ਮੇਰੀ ਆਪ ਬੀਤੀ ਵੀ ਨਹੀਂ ਹੈ। ਇਹ ਗੱਲ ਮੇਰੀ ਇੱਕ ਅਜੀਜ਼ ਦੋਸਤ ਨੇ ਮੈਨੂੰ ਇੱਕ ਆਮ ਲਹਿਜੇ ਵਿੱਚ ਹੀ ਦੱਸੀ ਤੇ ਉਸਨੇ ਹੀ ਮੈਨੂੰ ਸੁਝਾਅ ਦਿੱਤਾ ਕਿ ਮੈਂ ਉਸਦੀ ਇਸ ਸੋਹਣੀ ਯਾਦ ਨੂੰ ਲਿਖਤੀ ਰੂਪ ਦੇਵਾਂ ਤਾਂ ਕਿ ਇਹ ਯਾਦ ਸਦਾ ਜਿਉਂਦੀ ਰਹੇ। ਅੱਜ ਲਈ ਬਸ ਇੰਨਾ ਹੀ। ਜੇ ਤੁਹਾਨੂੰ ਸਾਡੀ ਇਹ ਵੀਡੀਓ